ਸਤਿ ਸ੍ਰੀ ਅਕਾਲ ਬੇਟਾ ਜੀ। ਅੱਜ ਅਸੀਂ ਡਿਸਕਸ ਕਰਾਂਗੇ ਸਾਡਾ ਚੌਥਾ ਚੈਪਟਰ ਜਿਹੜਾ ਹੈ ਕਾਰਬਨ ਐਂਡ ਇਟਸ ਕੰਪਾਊਂਡਸ। ਕਾਰਬਨ ਦੀ ਮਾਤਰਾ ਜੇ ਅਸੀਂ ਅਰਥ ਕਰਸਟ 'ਚ ਵੇਖੀਏ ਤਾਂ ਬੜੀ ਘੱਟ ਹੈ, 0.02% ਹੈ। ਅਰਥ ਦੇ ਕਰਸਟ 'ਚ ਇਹ ਕਾਰਬੋਨੇਟ ਦੀ ਫਾਰਮ 'ਚ, ਹਾਈਡਰੋਜਨ ਕਾਰਬੋਨੇਟ ਦੀ ਫਾਰਮ 'ਚ, ਕੋਲ ਜਿਹੜਾ ਕੋਇਲਾ ਹੈ ਤੇ ਪੈਟਰੋਲੀਅਮ ਡੀਜ਼ਲ ਪੈਟਰੋਲ ਇਹਦੇ ਵਿੱਚ ਪਾਇਆ ਜਾਂਦਾ ਹੈ। ਜੇ ਐਟਮੋਸਫੇਅਰ ਦੀ ਗੱਲ ਕਰੀਏ ਤਾਂ ਉੱਥੇ ਵੀ ਇਹ ਘੱਟ ਹੀ ਹੈ, 0.03% ਹੈ। ਤੁਸੀਂ ਸੁਣਿਆ ਹੋਵੇਗਾ ਹਵਾ 'ਚ ਕੀ ਹੈ, ਕਾਰਬਨ ਡਾਈਆਕਸਾਈਡ ਹੈ, ਯਾਨੀ ਕਿ ਕਾਰਬਨ ਉੱਥੇ ਵੀ ਉਪਸਥਿਤ ਹੈ। ਹੁਣ ਵੇਖੋ ਮਾਤਰਾ ਇੰਨੀ ਘੱਟ ਹੈ, ਫਿਰ ਵੀ ਅਸੀਂ ਇੱਕ ਪੂਰਾ ਚੈਪਟਰ ਕਾਰਬਨ ਨੂੰ ਦਿੱਤਾ ਹੋਇਆ ਹੈ, ਕਿਉਂਕਿ ਕਾਰਬਨ ਬਹੁਤ ਇੰਪੋਰਟੈਂਟ ਹੈ। ਚਾਹੇ ਇਹਦੀ ਮਾਤਰਾ ਘੱਟ ਹੋਵੇ, ਇਹ ਹਰ ਇੱਕ ਲਿਵਿੰਗ ਆਰਗੈਨਿਜ਼ਮ 'ਚ ਪਾਇਆ ਜਾਂਦਾ ਹੈ, ਯਾਨੀ ਕਿ ਇਹ ਪਲਾਂਟਸ 'ਚ ਵੀ ਹੋਏਗਾ, ਇਹ ਜਾਨਵਰਾਂ 'ਚ ਵੀ ਹੋਏਗਾ, ਤੁਹਾਡੇ 'ਚ ਤੇ ਮੇਰੇ 'ਚ ਵੀ ਕਾਰਬਨ ਹੈ। ਤਾਂ ਕਰਕੇ ਇਹਦੀ ਸਟੱਡੀ ਬਹੁਤ ਮਹੱਤਵਪੂਰਨ ਹੋ ਜਾਂਦੀ ਹੈ। ਤੁਸੀਂ ਜ਼ਿਆਦਾਤਰ ਜਿਹੜੀਆਂ ਵੀ ਚੀਜ਼ਾਂ ਵੇਖ ਰਹੇ ਹੋ, ਕਾਰਬਨ ਦੀ ਪ੍ਰੈਜ਼ੈਂਸ ਦੇ ਬਹੁਤ ਚਾਂਸ ਹਨ। ਭਾਵੇਂ ਕੋਈ ਮੈਡੀਸਿਨ ਹੋਵੇ, ਦਵਾਈ ਹੋਵੇ, ਭਾਵੇਂ ਪੇਪਰ ਹੋਵੇ, ਭਾਵੇਂ ਲੱਕੜ ਹੋਵੇ, ਇਹਦੇ 'ਚ ਕਾਰਬਨ ਹੁੰਦਾ ਹੀ ਹੈ। ਸਭ ਤੋਂ ਪਹਿਲਾਂ ਅਸੀਂ ਕਾਰਬਨ ਦੀ ਇਲੈਕਟ੍ਰੋਨਿਕ ਕਨਫਿਗਰੇਸ਼ਨ ਵੇਖਾਂਗੇ। ਕਾਰਬਨ ਦਾ ਐਟੋਮਿਕ ਨੰਬਰ 6 ਹੁੰਦਾ ਹੈ, ਯਾਨੀ ਕਿ 6 ਇਲੈਕਟ੍ਰੋਨ ਤੇ 6 ਪ੍ਰੋਟੋਨ ਕਾਰਬਨ ਦੇ ਇੱਕ ਐਟਮ ਵਿੱਚ ਹੁੰਦੇ ਹਨ। ਜੇ ਇਹਨਾਂ ਦੀ ਇਲੈਕਟ੍ਰੋਨਿਕ ਕਨਫਿਗਰੇਸ਼ਨ ਬਣਾਈ ਜਾਵੇ ਤਾਂ ਇਦਾਂ ਦਾ ਅਸੀਂ ਬਣਾ ਸਕਦੇ ਹਾਂ ਚਿੱਤਰ। ਦੇਖੋ ਸੈਂਟਰ 'ਚ ਤੁਸੀਂ ਮੰਨਣਾ ਹੈ ਕਿ ਨਿਊਕਲੀਅਸ ਹੈ ਤੇ 2 ਇਲੈਕਟ੍ਰੋਨ ਪਹਿਲੇ ਸ਼ੈਲ ਯਾਨੀ ਕਿ ਕੇ ਸ਼ੈਲ 'ਚ ਹੈਗੇ ਆ, ਤੇ ਨਾਲ ਫਿਰ 4 ਇਲੈਕਟ੍ਰੋਨ ਵੈਲੈਂਸ ਇਲੈਕਟ੍ਰੋਨ ਨੇ, ਯਾਨੀ ਕਿ ਵੈਲੈਂਸ ਸ਼ੈਲ 'ਚ ਕਿੰਨੇ ਇਲੈਕਟ੍ਰੋਨ ਨੇ? 4। ਇਹ ਇਹਦੀ ਖਾਸੀਅਤ ਹੈ। ਸਾਨੂੰ ਪਤਾ ਹੈ ਕਿ ਜੇ ਬੌਂਡ ਬਣਾਉਣਾ ਹੋਏਗਾ ਤਾਂ ਇੱਕੋ ਹੀ ਉਦੇਸ਼ ਹੁੰਦਾ ਹੈ ਕਿਸੇ ਵੀ ਐਟਮ ਦਾ, ਕਿ ਉਹ ਆਕਟੇਟ ਰੂਲ ਨੂੰ ਫੋਲੋ ਕਰਦਾ ਹੈ। ਉਹ ਟਰਾਈ ਕਰਦਾ ਹੈ ਕਿ ਮੈਂ ਨੋਬਲ ਗੈਸਿਸ ਵਰਗਾ ਹੋ ਜਾਵਾਂ। ਇੱਥੇ ਵੈਲੈਂਸ ਇਲੈਕਟ੍ਰੋਨ 4 ਹਨ। ਹੁਣ ਕਾਰਬਨ ਕੋਲ 2 ਆਪਸ਼ਨਾਂ ਸੀਗੀਆਂ, ਜਾਂ ਤਾਂ ਉਹ ਚਾਰੋਂ ਇਲੈਕਟ੍ਰੋਨ ਛੱਡ ਦੇਵੇ, ਤਾਂ ਕਰਕੇ ਉਹ ਹੀਲੀਅਮ ਵਰਗਾ ਹੋ ਜਾਏਗਾ, ਜਾਂ 4 ਇਲੈਕਟ੍ਰੋਨ ਹੋਰ ਲੈ ਲਵੇ। ਇਹ ਦੋਨੋਂ ਹੀ ਚੀਜ਼ਾਂ ਬਹੁਤ ਮੁਸ਼ਕਿਲ ਹਨ। ਕਿਉਂ? ਕਿਉਂਕਿ ਜੇ 4 ਇਲੈਕਟ੍ਰੋਨ ਲੈਂਦਾ ਹੈ, ਇਹ ਜਿਹੜਾ ਨਿਊਕਲੀਅਸ ਹੋਏਗਾ ਉਹ 8 ਇਲੈਕਟ੍ਰੋਨ ਨੂੰ ਸਾਂਭ ਨਹੀਂ ਪਾਏਗਾ। ਇਹਦਾ ਮਤਲਬ ਇਹ 4 ਇਲੈਕਟ੍ਰੋਨ ਲੈ ਤਾਂ ਸਕਦਾ ਨਹੀਂ। ਜੇ ਆਪਣਾ ਇਲੈਕਟ੍ਰੋਨ ਇੱਕ ਇੱਕ ਕਰਕੇ ਛੱਡਦਾ ਹੈ ਤਾਂ ਇਹਦੇ ਵਾਸਤੇ ਇਲੈਕਟ੍ਰੋਨ ਕੱਢਣ ਵਾਸਤੇ ਜਿਹੜੀ એનર્ਜੀ ਹੈ ਉਹ ਬਹੁਤ ਜ਼ਿਆਦਾ ਹੁੰਦੀ ਹੈ। ਤਾਂ ਕਰਕੇ ਇਲੈਕਟ੍ਰੋਨ 4 ਛੱਡ ਵੀ ਨਹੀਂ ਸਕਦਾ। ਹੁਣ ਇਹ ਨਾ ਲੈ ਸਕਦਾ ਹੈ ਨਾ ਦੇ ਸਕਦਾ ਹੈ, ਜਿਵੇਂ ਆਇਨਿਕ ਕੰਪਾਊਂਡ ਕਰਦੇ ਸੀ। ਤਾਂ ਇਹ ਇਹਦਾ ਇੱਕ ਸੋਲੂਸ਼ਨ ਕੱਢਦਾ ਹੈ। ਕਾਰਬਨ ਕਹਿੰਦਾ ਮੈਂ ਨਾ ਇਲੈਕਟ੍ਰੋਨ ਦੇ ਸਕਦਾ ਨਾ ਮੈਂ ਲੈ ਸਕਦਾ, ਪਰ ਮੈਂ ਸ਼ੇਅਰ ਤੇ ਜ਼ਰੂਰ ਕਰ ਸਕਦਾ। ਤੁਹਾਨੂੰ ਯਾਦ ਹੋਣਾ ਸ਼ੇਅਰਿੰਗ ਇਜ਼ ਕੇਅਰਿੰਗ। ਇਸੇ ਸਿਧਾਂਤ ਤੇ ਕਾਰਬਨ ਕੰਮ ਕਰਦਾ ਹੈ। ਕਾਰਬਨ ਕਹਿੰਦਾ ਚਲੋ ਮੈਂ ਜੇ ਦੇ ਨਹੀਂ ਸਕਦਾ ਇਲੈਕਟ੍ਰੋਨ, ਨਾ ਮੈਂ ਲੈ ਸਕਦਾ, ਪਰ ਮੈਂ ਇੱਕ ਸ਼ੇਅਰ ਤੇ ਜ਼ਰੂਰ ਕਰ ਸਕਦਾ ਹਾਂ। ਇਸ ਹਿਸਾਬ ਨਾਲ ਦੂਜੇ ਐਟਮਾਂ ਨਾਲ ਰਿਸ਼ਤਾ ਬਣਾ ਸਕਦਾ ਹਾਂ, ਬੌਂਡ ਬਣਾ ਸਕਦਾ ਹਾਂ। ਜਿਹੜੇ ਵੀ ਬੌਂਡ ਸ਼ੇਅਰਿੰਗ ਨਾਲ ਬਣਨ, ਅਸੀਂ ਆਇਨਿਕ ਕੰਪਾਊਂਡਾਂ 'ਚ ਵੇਖਿਆ ਸੀ, ਉੱਥੇ ਟਰਾਂਸਫਰ ਹੁੰਦਾ ਸੀ ਇਲੈਕਟ੍ਰੋਨ। ਜਿਹੜੇ ਬੌਂਡ ਸ਼ੇਅਰਿੰਗ ਨਾਲ ਬਣਨ, ਟਰਾਂਸਫਰ ਨਾਲ ਨਹੀਂ, ਉਹਨਾਂ ਨੂੰ ਅਸੀਂ ਕੋਵਲੈਂਟ ਬੌਂਡ ਕਵਾਂਗੇ। ਕੋਵਲੈਂਟ ਬੌਂਡ 'ਚ ਆਇਨਸ ਨਹੀਂ ਬਣਦੇ। देयर इज नो ਇਲੈਕਟ੍ਰੋਸਟੈਟਿਕ ਫੋਰਸ। ਜਿੱਦਾਂ ਆਇਨਿਕ ਕੰਪਾਊਂਡਸ 'ਚ ਬਹੁਤ ਹੀ ਸਟਰੋਂਗ ਫੋਰਸ ਹੁੰਦੀ ਸੀ, ਕੋਵਲੈਂਟ ਬੌਂਡਸ 'ਚ ਇਹ ਨਹੀਂ ਹੁੰਦੀ। ਤਾਂ ਕਰਕੇ ਇਹ ਜ਼ਿਆਦਾਤਰ ਬੈਡ ਕੰਡਕਟਰ ਆਫ ਇਲੈਕਟ੍ਰਿਸਿਟੀ ਹਨ ਜਨਰਲੀ, ਯਾਨੀ ਕਿ ਇਹਨਾਂ ਤੇ ਇਲੈਕਟ੍ਰਿਸਿਟੀ ਜੇ ਪਾਸ ਕਰਾਈ ਜਾਏ ਬੜੀ ਮੱਧਮ ਹੋਏਗੀ, ਬੜੀ ਘੱਟ ਹੋਏਗੀ। ਇਹ ਚੰਗੀ ਤਰ੍ਹਾਂ ਕੰਡਕਟ ਨਹੀਂ ਕਰਦੇ ਇਲੈਕਟ੍ਰਿਸਿਟੀ ਨੂੰ ਪਾਸ ਨਹੀਂ ਹੋਣ ਦਿੰਦੇ। ਆਲਸੋ ਇੰਟਰਮੋਲੀਕੂਲਰ ਫੋਰਸਿਸ ਜਿਹੜੀ ਹੈਗੀਆਂ, ਮੋਲੀਕਿਊਲ ਦੇ ਵਿੱਚ ਜਿਹੜੀ ਫੋਰਸਿਸ ਹੈ, ਇਕੱਠਾ ਰਹਿਣ ਦੀ ਜਿਹੜੀ ਪਾਵਰ ਹੈ ਇਹਨਾਂ ਦੀ ਉਹ ਵੀ ਘੱਟ ਹੈ। ਤਾਂ ਕਰਕੇ ਇਹਨਾਂ ਦੇ ਮੈਲਟਿੰਗ ਪੁਆਇੰਟ ਐਂਡ ਬੋਇਲਿੰਗ ਪੁਆਇੰਟ ਘੱਟ ਹੁੰਦੇ ਹਨ। ਆਇਨਿਕ ਕੰਪਾਊਂਡ ਦੇ ਯਾਦ ਕਰੋ ਮੈਲਟਿੰਗ ਪੁਆਇੰਟ ਤੇ ਬੋਇਲਿੰਗ ਪੁਆਇੰਟ ਬਹੁਤ ਹਾਈ ਹੁੰਦੇ ਸੀਗੇ, ਇਹਨਾਂ ਦੇ ਜਨਰਲੀ ਘੱਟ ਹੁੰਦੇ ਹਨ। ਕਾਰਬਨ ਦੀ ਕੋਵਲੈਂਟ ਬੌਂਡਿੰਗ ਨੂੰ ਚਲੋ ਇੱਕ ਐਗਜ਼ਾਮਪਲ ਨਾਲ ਸਮਝਦੇ ਹਾਂ। ਸਮਝਣ ਵਾਸਤੇ ਅਸੀਂ CH4 ਮੋਲੀਕਿਊਲ ਬਣਾਵਾਂਗੇ। ਉਹਨਾਂ ਦੇ ਕੋਵਲੈਂਟ ਬੌਂਡ ਕਿੱਦਾਂ ਸ਼ੇਅਰ ਹੁੰਦੇ ਹਨ ਉਹ ਵੇਖਾਂਗੇ। CH4 ਨੂੰ ਮੀਥੇਨ ਵੀ ਕਹਿੰਦੇ ਆ। ਇੱਥੇ ਮੈਂ ਕਨਫਿਗਰੇਸ਼ਨ ਦਿੱਤੀ ਹੋਈ ਹੈ ਵੈਲੈਂਸ ਸ਼ੈਲ ਦੀ। ਕਾਰਬਨ ਕੋਲ 4 ਹੈਗੇ ਜਿਹੜੇ ਡਾਟ ਨਾਲ ਰਿਪਰੈਜ਼ੈਂਟ ਕੀਤੇ ਹੈਗੇ ਆ, ਤੇ ਜਿਹੜਾ ਹਾਈਡਰੋਜਨ 'ਚ ਕੱਲੋ ਕੱਲਾ ਇਲੈਕਟ੍ਰੋਨ ਹੁੰਦਾ ਹੈ ਉਹ ਕ੍ਰਾਸ ਨਾਲ ਕੀਤਾ ਹੋਇਆ ਹੈ। ਹੁਣ ਇਹ ਇਲੈਕਟ੍ਰੋਨ ਅਸੀਂ ਪਹਿਲੇ ਪੜ੍ਹ ਚੁੱਕੇ ਹਾਂ ਕਿ ਨਾ ਦੇਣੇ ਹੈ ਨੇ ਨਾ ਲੈਣੇ ਹੈ, ਬਟ ਇਹਨੇ ਸ਼ੇਅਰ ਕਰਨੇ ਹੈ। ਇਹ ਕਿੰਨੇ ਸ਼ੇਅਰ ਕਰ ਸਕਦਾ ਹੈ? ਇਹਦੇ ਕੋਲ 4 ਇਲੈਕਟ੍ਰੋਨ ਹੈਗੇ ਆ ਜਿਹੜੇ ਉਹ ਸ਼ੇਅਰ ਕਰ ਸਕਦਾ ਹੈ। ਇੱਕ ਇਹਦੇ ਨਾਲ ਕਰ ਦੇਵੇ, ਇੱਕ ਹੋਰ ਹਾਈਡਰੋਜਨ ਆ ਜਾਏ, ਉਹਦੇ ਨਾਲ ਇੱਕ ਹੋਰ ਹੋ ਜਾਏਗਾ, ਟੋਟਲ ਇਹ 4 ਇਲੈਕਟ੍ਰੋਨ ਸ਼ੇਅਰ ਕਰ ਪਾਏਗਾ।
ਇਹਨੂੰ ਸੈਂਟਰ 'ਚ ਲਾ ਲੈਂਦੇ ਆ ਤੇ ਹੁਣ 4 ਹਾਈਡਰੋਜਨ ਦੇ ਐਟਮ ਆਸੇ-ਪਾਸੇ ਇਹਦੇ ਨਾਲ ਸ਼ੇਅਰਿੰਗ ਕਰ ਰਹੇ ਆ। ਧਿਆਨ ਦਿਵੋ, ਇਹ ਜਿਹੜੀ ਬੌਂਡਿੰਗ ਹੋ ਰਹੀ ਹੈ, ਜਿੱਥੇ ਸ਼ੇਅਰਿੰਗ ਹੋ ਰਹੀ ਹੈ, ਇਹਨੂੰ ਅਸੀਂ ਕਵਾਂਗੇ, ਇਸ ਸ਼ਕਤੀ ਨੂੰ ਕਵਾਂਗੇ ਕੋਵਲੈਂਟ ਬੌਂਡ, ਕਿਉਂਕਿ ਇਹਦੇ 'ਚ ਜਿਹੜੇ ਇਲੈਕਟ੍ਰੋਨਸ ਹਨ ਵੈਲੈਂਸ ਸ਼ੈਲ ਦੇ, ਉਹ ਸ਼ੇਅਰ ਕੀਤੇ ਜਾ ਰਹੇ ਨੇ। ਇਹ ਸਾਂਝੇ ਹਨ, ਹਾਈਡਰੋਜਨ ਦੇ ਵੀ ਹੈਗੇ ਤੇ ਕਾਰਬਨ ਦੇ ਵੀ ਹੈਗੇ। ਕੋਈ ਵੀ ਆਪਣੇ ਪਾਸੇ ਖਿੱਚ ਕੇ ਇੱਕ ਇਲੈਕਟ੍ਰੋਨ ਨੂੰ ਨਹੀਂ ਲੈ ਕੇ ਗਿਆ। ਇੱਥੇ ਤੁਸੀਂ ਗੌਰ ਕਰਨਾ ਹੈ, ਹੁਣ ਕਾਰਬਨ ਕੋਲ ਪੁੱਛੋਗੇ ਕਿ ਉਹਦੇ ਕੋਲ ਵੈਲੈਂਸ ਇਲੈਕਟ੍ਰੋਨ ਕਿੰਨੇ ਹੈਗੇ, ਉਹਨੇ 8 ਗਿਣਾਣੇ ਨੇ, ਕਿਉਂਕਿ 4 ਤਾਂ ਆਪਣੇ ਹੀ ਸੀਗੇ ਤੇ 4 ਉਹਨੇ ਸਾਂਝੇ ਕਰ ਲਏ ਹਨ ਹਾਈਡਰੋਜਨ ਤੋਂ, ਤਾਂ ਇਹਦਾ ਆਕਟੇਟ ਕੰਪਲੀਟ ਹੋ ਗਿਆ। ਜਿੱਦਾਂ ਆਇਨਿਕ ਬੌਂਡਸ ਇਲੈਕਟ੍ਰੋਨ ਦੇ ਕੇ ਜਾਂ ਲੈ ਕੇ ਆਕਟੇਟ ਕੰਪਲੀਟ ਕਰਦੇ ਪਏ ਸੀ, ਉਦਾਂ ਹੀ ਕੋਵਲੈਂਟ ਬੌਂਡਿੰਗ 'ਚ ਵੀ ਆਕਟੇਟ ਰੂਲ ਫੋਲੋ ਹੁੰਦਾ ਹੈ, ਬਟ ਇੱਥੇ ਸ਼ੇਅਰਿੰਗ ਨਾਲ ਹੁੰਦਾ ਹੈ। ਜੇ ਹਾਈਡਰੋਜਨ ਨੂੰ ਪੁੱਛੀਏ ਤਾਂ ਉਹ ਵੀ ਆਪਣੇ ਵੈਲੈਂਸ ਇਲੈਕਟ੍ਰੋਨ 2 ਦੱਸ ਸਕਦਾ ਹੈ, ਕਿਉਂਕਿ ਇੱਕ ਉਹਦੇ ਕੋਲ ਆਪਣਾ ਸੀਗਾ ਤੇ ਇੱਕ ਉਹਨੇ ਸਾਂਝਾ ਕੀਤਾ ਹੋਇਆ ਹੈ ਕਾਰਬਨ ਨਾਲ, ਯਾਨੀ ਕਿ ਸਾਂਝੇ ਇਲੈਕਟ੍ਰੋਨ ਕਿੰਨੇ ਹਨ, 2 ਹਨ। ਤਾਂ ਕਰਕੇ ਇਹਦੀ ਕੌਨਫੀਗਰੇਸ਼ਨ ਹੀਲੀਅਮ ਵਰਗੀ ਹੋ ਜਾਏਗੀ, ਜਿਹਦੇ ਕੋਲ 2 ਇਲੈਕਟ੍ਰੋਨ ਹੁੰਦੇ ਹਨ, ਯਾਨੀ ਕਿ ਇੱਥੇ ਵੀ ਆਕਟੇਟ ਰੂਲ ਲੱਗ ਰਿਹਾ ਹੈ। ਜਿਹੜੇ ਵੀ ਕੋਵਲੈਂਟ ਬੌਂਡਿੰਗ 'ਚ ਇਲੈਕਟ੍ਰੋਨ ਇਨਵੋਲਵ ਹੋਣਗੇ ਉਹ ਸਾਂਝੇ ਗਿਣੇ ਜਾਣਗੇ, ਯਾਨੀ ਕਿ ਹਾਈਡਰੋਜਨ ਵੀ 2 ਗਿਣੇਗਾ ਆਪਣੇ ਤੇ ਕਾਰਬਨ ਵੀ ਇਹਨਾਂ ਨੂੰ ਆਪਣੇ 2 ਇਲੈਕਟ੍ਰੋਨ ਗਿਣੇਗਾ। ਇਹ ਲਾਦੇ ਨਹੀਂ ਰਹੇ, ਇਹ ਸ਼ੇਅਰ ਹੋ ਗਏ। ਕਾਰਬਨ ਕੱਲਾ ਐਟਮ ਨਹੀਂ ਹੈ ਜਿਹੜੇ ਕੋਵਲੈਂਟ ਬੌਂਡ ਬਣਾਉਂਦਾ ਹੈ। ਤੁਸੀਂ ਪੜ੍ਹਿਆ ਹੋਣਾ, ਹਾਈਡਰੋਜਨ ਨੂੰ ਅਸੀਂ H2 ਕਿਉਂ ਲਿਖਦੇ ਸੀ, O2 ਨੂੰ O2 ਕਿਉਂ ਲਿਖਦੇ ਆ, N2 ਨੂੰ N2 ਕਿਉਂ ਲਿਖਦੇ ਆ, ਕਿਉਂਕਿ N ਤੇ N, O ਤੇ O, H ਤੇ H ਦੇ ਵਿੱਚ ਕੋਵਲੈਂਟ ਬੌਂਡਿੰਗ ਸੀਗੀ, ਸਾਂਝੇ ਇਲੈਕਟ੍ਰੋਨ ਸੀਗੇ। ਦੇਖੋ, ਇਹ 2 ਹਾਈਡਰੋਜਨ ਐਟਮ ਹਨ, ਇਹਨਾਂ ਨੇ ਸਾਂਝਾ ਕਰ ਲੈਣਾ ਹੈ ਆਪਣਾ ਆਪਣਾ ਇਲੈਕਟ੍ਰੋਨ ਤੇ ਕੋਵਲੈਂਟ ਬੌਂਡਿੰਗ ਬਣਾ ਦੇਣਗੇ। ਇਹ ਜਿਹੜੇ 2 ਡਾਟ ਨੇ, ਜ਼ਿਆਦਾਤਰ ਇਹਨਾਂ ਨੂੰ ਇੱਕ ਡੈਸ਼ ਲਾਈਨ ਨਾਲ ਵਿਖਾਇਆ ਜਾਂਦਾ ਹੈ। ਇਹ ਸਿੰਗਲ ਕੋਵਲੈਂਟ ਬੌਂਡ ਹੈ। ਜੇ ਆਕਸੀਜਨ ਨੂੰ ਵੇਖਿਆ ਜਾਵੇ, ਉਹਦੇ ਕੋਲ ਲਾਸਟ ਸ਼ੈਲ ਵਿੱਚ 6 ਇਲੈਕਟ੍ਰੋਨ ਹੁੰਦੇ ਹਨ, ਤਾਂ ਇਹਨਾਂ ਨੂੰ ਕੀ ਚਾਹੀਦੇ ਹੈ, 2 ਇਲੈਕਟ੍ਰੋਨ ਹੋਰ ਚਾਹੀਦੇ ਹੈ। ਤਾਂ ਇਹਨਾਂ ਨੇ ਕੀ ਕਰਨੇ ਹੈ, ਇਹਨਾਂ ਨੇ ਕਹਿਣਾ ਹੈ ਆਪਸ ਨੂੰ, ਆਓ ਅਸੀਂ 2 ਇਲੈਕਟ੍ਰੋਨ ਸਾਂਝੇ ਕਰ ਲੈਂਦੇ ਹਾਂ। ਤਾਂ ਇਹਨਾਂ ਨੇ ਇਸ ਤਰ੍ਹਾਂ ਸ਼ੇਅਰਿੰਗ ਕਰ ਦੇਣੀ ਹੈ। ਇਹ ਜਿਹੜੇ ਵਿਚਕਾਰ ਹੈਗੇ ਇਲੈਕਟ੍ਰੋਨ, ਇਹ ਸਪੈਸ਼ਲ ਇਲੈਕਟ੍ਰੋਨ ਹਨ, ਕਿਉਂਕਿ ਇਹ ਬੌਂਡਿੰਗ 'ਚ ਇਨਵੋਲਵ ਹਨ। ਇੱਥੇ ਬੌਂਡਿੰਗ ਹੋ ਰਹੀ ਹੈ, ਕਿਉਂਕਿ 1-2 ਡਾਟ ਨਾਲ ਅਸੀਂ ਇੱਕ ਲਾਈਨ ਲਾਈ ਸੀ, ਇੱਥੇ ਅਸੀਂ ਇਹਨਾਂ ਨੂੰ ਇਦਾਂ ਦੱਸ ਸਕਦੇ ਹਾਂ 2 ਲਾਈਨਾਂ ਨਾਲ, ਕਿਉਂਕਿ 2 ਕੋਵਲੈਂਟ ਬੌਂਡ ਜਾਂ 4 ਇਲੈਕਟ੍ਰੋਨ ਅਸੀਂ ਇੱਥੇ ਗਿਣ ਸਕੀਏ ਕਿ 4 ਇਲੈਕਟ੍ਰੋਨ ਸ਼ੇਅਰ ਹੋਏ ਹੋਏ ਆ। ਨਾਈਟ੍ਰੋਜਨ 'ਚ 5 ਇਲੈਕਟ੍ਰੋਨ ਹੁੰਦੇ ਹਨ। ਤਾਂ ਉਹਨਾਂ ਨੇ ਆਪਣੇ ਜੇ 3 ਸਾਂਝੇ ਕਰ ਲੈਣ ਤਾਂ 3 ਇਲੈਕਟ੍ਰੋਨ ਮਿਲ ਜਾਣਗੇ। ਤਾਂ ਉਹਨਾਂ ਦੀ ਬੌਂਡਿੰਗ ਇਦਾਂ ਦਿਖਾਈ ਦੇ ਸਕਦੀ ਹੈ। ਇਹ ਜਿਹੜੇ ਵਿਚਕਾਰਲੇ ਹਨ, ਇਹ ਸ਼ੇਅਰਡ ਹਨ, ਦੋਨਾਂ ਵਾਸਤੇ ਸਾਂਝੇ ਹਨ। ਤਾਂ ਇਹਨਾਂ ਦੀ ਬੌਂਡਿੰਗ ਜਿਹੜੀ ਦਿਖਾਣੀ ਹੈ, ਉਹ ਅਸੀਂ ਲਾਈਨ ਨਾਲ ਵਿਖਾਣੀ ਹੋਵੇ ਤਾਂ ਇਦਾਂ ਵਿਖਾਵਾਂਗੇ। ਇਹਦਾ ਮਤਲਬ ਟੋਟਲ 6 ਇਲੈਕਟ੍ਰੋਨ ਹੈਗੇ ਹੈ। ਯਾਦ ਰੱਖਣਾ, ਜਦੋਂ ਵੀ ਅਸੀਂ ਲਾਈਨ ਪਾਈ, ਤੁਸੀਂ ਵਿਜ਼ੂਅਲਾਈਜ਼ ਕਰ ਸਕਦੇ ਹੋ ਕਿ ਇਹ ਲਾਈਨਾਂ ਦੇ ਐਂਡ ਤੇ ਇੱਕ ਇਲੈਕਟ੍ਰੋਨ ਹੈ, ਜਿੱਦਾਂ ਤੁਸੀਂ ਭੁੱਲੋ ਨਾ। ਤਾਂ ਇੱਥੇ ਟੋਟਲ ਇਲੈਕਟ੍ਰੋਨ ਕਿੰਨੇ ਹੈਗੇ ਸ਼ੇਅਰਡ, 1 2 3 4 5 6, ਇੱਥੇ 1 2 3 4, ਇੱਥੇ 1 2। ਇਹ ਸਾਰਿਆਂ ਦੇ ਦੋਵਾਂ ਦੇ ਸਾਂਝੇ ਹਨ, ਕਿਸੇ ਇੱਕ ਦਾ ਵੱਖਰਾ ਨਹੀਂ ਹੈਗਾ। ਇਹ ਸਾਰੇ ਕਿਹੜੇ ਹੈਗੇ ਬੌਂਡ, ਇਹ ਕਿਸ ਤਰ੍ਹਾਂ ਦੇ ਬੌਂਡ ਨੇ, ਇਹ ਸਾਰੇ ਕੋਵਲੈਂਟ ਬੌਂਡ ਹਨ। ਹੁਣ ਅਸੀਂ ਗੱਲ ਕਰਾਂਗੇ ਵਰਸਟਾਈਲ ਨੇਚਰ ਆਫ ਕਾਰਬਨ ਦੀ। ਵਰਸਟਾਈਲ ਵਰਡ ਅਸੀਂ ਆਮ ਤੌਰ ਤੇ ਜਦੋਂ ਯੂਜ਼ ਕਰਦੇ ਹਾਂ, ਜੇ ਬੰਦਾ ਕੋਈ ਹੋਵੇ ਤੇ ਉਹ ਡਾਂਸ ਵੀ ਬੜਾ ਵਧੀਆ ਕਰਦਾ ਹੋਏ, ਗਾਉਂਦਾ ਵੀ ਬੜਾ ਵਧੀਆ ਹੋਏ, ਐਕਟਿੰਗ ਵੀ ਬੜੀ ਵਧੀਆ ਕਰਦਾ ਹੋਏ, ਸਪੋਰਟਸ 'ਚ ਵੀ ਚੰਗਾ ਹੋਏ, ਪੜ੍ਹਾਈ 'ਚ ਵੀ ਚੰਗਾ ਹੋਏ, ਤਾਂ ਅਸੀਂ ਕੀ ਕਵਾਂਗੇ, ਉਹ ਬੰਦਾ ਬਹੁਤ ਵਰਸਟਾਈਲ ਹੈ, ਉਹ ਲੜਕਾ ਬੜਾ ਹੀ ਵਰਸਟਾਈਲ ਹੈ, ਯਾਨੀ ਕਿ ਬੜਾ ਹੀ ਗੁਣੀ ਹੈ, ਉਹਦੇ 'ਚ ਬੜੇ ਗੁਣ ਨੇ, ਹਰ ਤਰ੍ਹਾਂ ਦੇ ਕੰਮ ਕਰਨ ਜਾਣਦਾ ਹੈ। ਉਸ ਤਰ੍ਹਾਂ ਸਾਡਾ ਕਾਰਬਨ ਵੀ ਹੈ, ਇਹਦੇ ਵੀ ਬਹੁਤ ਗੁਣ ਹਨ। ਤੁਸੀਂ ਧਿਆਨ ਕਰੋ, ਕਾਰਬਨ ਇਕੱਲੇ ਨੇ ਜਿੰਨੇ ਕੰਪਾਊਂਡ ਬਣਾਉਂਦਾ ਹੈ ਉਹ 30 ਲੱਖ ਦੇ ਕਰੀਬ ਹਨ। ਇਹਨਾਂ ਦੀ ਗਿਣਤੀ ਬਾਕੀ ਸਾਰੇ ਐਲੀਮੈਂਟਸ ਦੇ ਕੰਪਾਊਂਡਸ ਨੂੰ ਇਕੱਠਾ ਕਰ ਵੀ ਦਈਏ ਤਾਂ ਵੀ ਵੱਧ ਹੈ। ਦੇਖਿਆ, ਤਾਂ ਕਰਕੇ ਹੀ ਤੁਹਾਨੂੰ ਇੱਕ ਪੂਰਾ ਚੈਪਟਰ ਕਾਰਬਨ ਤੇ ਦਿੱਤਾ ਹੋਇਆ ਹੈ ਪੜ੍ਹਨ ਵਾਸਤੇ।
क्या वजह हो सकती है कि ਇਹ ਇੰਨਾ ਵਰਸਟਾਈਲ ਹੈ? ਆਓ ਅਸੀਂ ਹੁਣ ਡਿਸਕਸ ਕਰਦੇ ਹਾਂ ਇੱਕ ਇੱਕ ਕਰਕੇ। ਸਭ ਤੋਂ ਪਹਿਲੀ ਜਿਹੜੀ ਕੁਆਲਿਟੀ ਹੈ ਇਹਦੀ ਉਹ ਹੈ ਕੈਟੀਨੇਸ਼ਨ। ਕੈਟੀਨੇਸ਼ਨ ਤੇ ਸੀ ਤੇ ਧਿਆਨ ਰੱਖਣਾ। ਕਾਰਬਨ ਕੋਲ ਇੱਕ ਯੂਨੀਕ ਐਬਿਲਿਟੀ ਯਾਨੀ ਕਿ ਇੱਕ ਸਕਿੱਲ ਹੈ, ਕਹਿ ਸਕਦੇ ਹੋ ਇੱਕ ਸ਼ਕਤੀ ਹੈ, ਜਿਹਦੇ ਕਾਰਨ ਇਹ ਸਟਰੋਂਗ ਤੇ ਸਟੇਬਲ ਬੌਂਡ ਬਣਾ ਲੈਂਦਾ ਹੈ ਦੂਜੇ ਕਾਰਬਨ ਐਟਮਸ ਦੇ ਨਾਲ। ਯਾਦ ਰੱਖਿਓ, ਦੂਜੇ ਕਾਰਬਨ ਐਟਮਸ ਦੇ ਨਾਲ ਬੌਂਡ ਬਣਾਉਣ ਦੀ ਐਬਿਲਿਟੀ ਜਾਂ ਸ਼ਕਤੀ ਨੂੰ ਅਸੀਂ ਕਹਾਂਗੇ ਕੈਟੀਨੇਸ਼ਨ। ਇਹਦੇ ਕਾਰਨ ਇਹਦੇ ਮੋਲੀਕਿਊਲਸ ਜਿਹੜੇ ਹੈਗੇ ਆ ਉਹ ਵੱਡਾ ਸਾਈਜ਼ ਲੈ ਸਕਦੇ ਆ। ਕਾਰਬਨ ਦੂਜੇ ਕਾਰਬਨ ਐਟਮਾਂ ਨਾਲ ਸਿੰਗਲ ਬੌਂਡ ਵੀ ਬਣਾ ਲੈਂਦਾ ਹੈ, ਡਬਲ ਬੌਂਡ ਵੀ ਬਣਾ ਲੈਂਦਾ ਹੈ, ਟ੍ਰਿਪਲ ਬੌਂਡ ਵੀ ਬਣਾ ਲੈਂਦਾ ਹੈ। ਹੋਇਆ ਨਾ ਗੁਣੀ। ਤੀਜੀ ਕੁਆਲਿਟੀ ਵੇਖੋ, ਇਹ ਲੰਬੀ ਚੇਨਾਂ ਵੀ ਬਣਾ ਲੇਗਾ, ਯਾਨੀ ਕਿ ਇੱਕ ਦੇ ਨਾਲ ਇੱਕ ਲੱਗੀ ਹੋਏਗੀ ਪੂਰੀ ਲੜੀ। ਜਾਂ ਬ੍ਰਾਂਚਿਸ, ਜਿਵੇਂ ਪੇੜ ਹੁੰਦਾ ਹੈ ਉਹਦੀ ਸ਼ਾਖਾ ਹੁੰਦੀਆਂ ਨੇ, ਬ੍ਰਾਂਚਿਸ ਹੁੰਦੀਆਂ ਨੇ, ਉੱਦਾਂ ਦਾ ਸਟਰਕਚਰ ਵੀ ਬਣਾ ਲੈਂਦਾ ਹੈ। ਤੇ ਰਿੰਗਸ ਟਾਈਪ ਯਾਨੀ ਕਿ ਸਰਕਲ ਟਾਈਪ, ਇੱਕਦਮ ਪੂਰਾ ਸਰਕਲ ਜਿਹਾ ਵੀ ਮੋਲੀਕਿਊਲ ਬਣਾ ਲੈਂਦਾ ਹੈ। ਦੇਖੀ ਕਿੰਨੇ ਗੁਣ ਹੈਗੇ ਇਹਦੇ। ਇਹ ਤਾਂ ਹਲੇ ਅਸੀਂ ਪਹਿਲਾ ਗਿਣਿਆ। ਜਿਹੜਾ ਦੂਜਾ ਇੰਪੋਰਟੈਂਟ ਗੁਣ ਹੈ ਉਹ ਹੈ ਇਹਦਾ ਟੈਟਰਾਵੈਲੈਂਸੀ। ਟੈਟਰਾ ਮਤਲਬ 4। ਕਾਰਬਨ ਸਾਨੂੰ ਪਤਾ ਹੈ 4 ਵੈਲੈਂਸ ਇਲੈਕਟ੍ਰੋਨ ਰੱਖਦਾ ਹੈ। ਇਹਦੇ ਕਾਰਨ ਉਹ 4 ਇਲੈਕਟ੍ਰੋਨ ਸ਼ੇਅਰ ਕਰ ਸਕਦਾ ਹੈ। ਜਾਂ ਤਾਂ ਆਪਣੇ ਕਾਰਬਨ ਐਟਮਸ ਦੂਜੇ ਕਾਰਬਨ ਐਟਮ ਨਾਲ ਸ਼ੇਅਰ ਕਰ ਲੇਗਾ, ਜਾਂ ਦੂਜੇ ਐਲੀਮੈਂਟਸ ਦੇ ਐਟਮ ਨਾਲ ਵੀ ਕਰ ਸਕਦਾ ਹੈ। ਕਾਰਬਨ ਬਹੁਤ ਹੀ ਸਟੇਬਲ ਕੰਪਾਊਂਡ ਬਣਾਉਂਦਾ ਹੈ, ਚਾਹੇ ਹਾਈਡਰੋਜਨ ਹੋਵੇ, ਆਕਸੀਜਨ ਹੋਵੇ, ਨਾਈਟ੍ਰੋਜਨ ਹੋਵੇ। ਇਹਦੀ ਖਾਸ ਵਜ੍ਹਾ ਇਹ ਹੈ ਇਹਦਾ ਸਾਈਜ਼ ਬਹੁਤ ਛੋਟਾ ਹੈ। ਦੇਖੋ ਇਹਦਾ ਐਟੋਮਿਕ ਨੰਬਰ ਸਿਰਫ 6 ਹੈ। ਇਹ ਬਹੁਤ ਹੀ ਛੋਟਾ ਐਟਮ ਹੈ। ਇਹਦੇ ਕਾਰਨ ਇਹਦਾ ਜਿਹੜਾ ਨਿਊਕਲੀਅਸ ਹੋਗਾ, ਜਿਹੜਾ ਪੋਜ਼ਿਟਿਵ ਚਾਰਜ ਹੋਏਗਾ, ਉਹ ਜਿਹੜੇ ਸ਼ੇਅਰਡ ਇਲੈਕਟ੍ਰੋਨ ਨੇ ਉਹਨਾਂ ਦੇ ਕੋਲ ਰਹੇਗਾ, ਉਹਦੇ ਕਲੋਜ਼ਰ ਰਹੇਗਾ। ਤਾਂ ਕਰਕੇ ਜਿਹੜੇ ਬੌਂਡ ਬਣਨਗੇ ਉਹ ਸਟੇਬਲ ਹੋਣਗੇ। ਇਹਦਾ ਜੇ ਕੰਪੈਰੀਜ਼ਨ ਕਰੀਏ ਸਿਲੀਕੌਨ ਨਾਲ, ਉਹਦੇ ਕੋਲ ਵੀ 4 ਵੈਲੈਂਸ ਇਲੈਕਟ੍ਰੋਨ ਹਨ, ਪਰ ਉਹ ਸਟੇਬਲ ਬੌਂਡ ਨਹੀਂ ਬਣਾਉਂਦਾ। ਉਹਦੀ ਹੱਦ ਤੋਂ ਹੱਦ 7 ਤੋਂ 8 ਐਟਮਸ ਅਟੈਚ ਹੋ ਸਕਦੇ ਨੇ। ਬਟ ਕਿਉਂਕਿ ਕਾਰਬਨ ਸਟੇਬਲ ਬੌਂਡ ਬਣਾਉਂਦਾ ਹੈ, ਛੋਟਾ ਸਾਈਜ਼ ਹੈ, ਤਾਂ ਕਰਕੇ ਇਹਦੀ ਜਿਹੜੀ ਟੈਟਰਾਵੈਲੈਂਸੀ ਹੈ ਉਹ ਜ਼ਿਆਦਾ ਪ੍ਰਭਾਵੀ ਹੈ। ਹੁਣ ਅਸੀਂ ਕਹਿ ਸਕਦੇ ਹਾਂ ਜਿਹੜੀ ਵਰਸਟਾਈਲ ਨੇਚਰ ਹੈ ਉਹ ਦੋ ਮੁੱਖ ਕਾਰਨ ਵਾਸਤੇ ਹੈਗੀ ਹੈ। ਪਹਿਲੀ ਕੈਟੀਨੇਸ਼ਨ ਤੇ ਦੂਜੀ ਟੈਟਰਾਵੈਲੈਂਸੀ। ਇਹ ਦੋਨੋਂ ਕੁਆਲਿਟੀਆਂ ਇਕੱਠਾ ਹੋਣ ਦਾ ਹੀ ਨਤੀਜਾ ਹੈ ਕਿ ਇਹਦੇ 30 ਲੱਖ ਦੇ ਅਰਾਊਂਡ ਕੰਪਾਊਂਡ ਬਣ ਗਏ। ਕਾਰਬਨ ਕੰਪਾਊਂਡਸ ਨੂੰ ਆਰਗੈਨਿਕ ਕੰਪਾਊਂਡਸ ਵੀ ਕਹਿ ਦਿੱਤਾ ਜਾਂਦਾ ਹੈ, ਕਿਉਂਕਿ ਸਟਾਰਟਿੰਗ 'ਚ ਕੈਮਿਸਟ ਸੋਚਦੇ ਸੀ ਕਿ ਇਹ ਸਿਰਫ ਆਰਗੈਨਿਜ਼ਮ ਹੀ ਪ੍ਰੋਡਿਊਸ ਕਰ ਸਕਦੇ ਹਨ। ਇਹ ਸਾਇੰਟਿਸਟ ਹੁਣ ਇਹ ਚੀਜ਼ ਨੂੰ ਨਕਾਰ ਚੁੱਕੇ ਹੈ। ਉਹ ਸਿੰਥੈਟਿਕਲੀ ਵੀ ਆਰਗੈਨਿਕ ਕੰਪਾਊਂਡ ਜਾਂ ਕਾਰਬਨ ਕੰਪਾਊਂਡ ਬਣਾ ਸਕਦੇ ਹਾਂ। ਬਟ ਹਾਲੇ ਵੀ ਅਸੀਂ ਕਾਰਬਨ ਕੰਪਾਊਂਡਸ ਨੂੰ ਆਰਗੈਨਿਕ ਕੰਪਾਊਂਡਸ ਜਨਰਲੀ ਕਹਿ ਦਿੰਦੇ ਹਾਂ।